ਸਾਡੀ ਲਾਈਫ ਵਿੱਚ ਟਫ ਟਾਈਮ ਕਿਉਂ ਆਉਂਦਾ ਹੈ। ਦੋਸਤੋ, ਇਹ ਟਫ ਟਾਈਮ ਜਾਂ ਕਠਿਨ ਸਮਾਂ ਕਿਸੇ ਵੀ ਏਰੀਏ ਵਿੱਚ ਆ ਸਕਦਾ ਹੈ। ਇਹ ਫਿਜ਼ੀਕਲ ਹੋ ਸਕਦਾ ਹੈ, ਇਮੋਸ਼ਨਲ ਹੋ ਸਕਦਾ ਹੈ, ਸੋਸ਼ਲ ਹੋ ਸਕਦਾ ਹੈ, ਫਾਈਨੈਂਸ਼ੀਅਲ ਹੋ ਸਕਦਾ ਹੈ ਤੇ ਕੋਈ ਰਿਲੇਸ਼ਨਸ਼ਿਪ ਦਾ ਇਸ਼ੂ ਵੀ ਹੋ ਸਕਦਾ ਹੈ। ਅਜਿਹਾ ਵਾਪਰਨ ਤੇ ਸਾਡੇ ਕਈਆਂ ਦੇ ਮਨ ਵਿੱਚ ਕਈ ਸਵਾਲ ਉਤਪੰਨ ਹੁੰਦੇ ਹਨ। ਆਖਿਰ ਮੇਰੇ ਨਾਲ ਹੀ ਅਜਿਹਾ ਕਿਉਂ ਹੁੰਦਾ ਹੈ? ਆਖਿਰ ਮੇਰੀਆਂ ਹੀ ਪ੍ਰਸਥਿਤੀਆਂ ਇਹੋ ਜਿਹੀਆਂ ਕਿਉਂ ਪੈਦਾ ਹੁੰਦੀਆਂ ਹਨ ਜਿਸ ਤੋਂ ਮੇਰੀ ਲਾਈਫ ਵਿੱਚ ਇੰਨੇ ਚੈਲੰਜਸ ਆਉਂਦੇ ਹਨ? ਗੋਡ ਮੈਨੂੰ ਹੀ ਇਤਨਾ ਕਠਿਨ ਸਮਾਂ ਕਿਉਂ ਦਿੰਦਾ ਹੈ? ਲੋਕ ਮੇਰੇ ਨਾਲ ਹੀ ਗਲਤ ਵਿਹਾਰ ਕਿਉਂ ਕਰਦੇ ਹਨ? ਮੇਰੀਆਂ ਚੰਗਿਆਈਆਂ ਦਾ ਫਲ ਮੈਨੂੰ ਬੁਰਾ ਕਿਉਂ ਮਿਲਦਾ ਹੈ? ਮੇਰੇ ਜੀਵਨ ਵਿੱਚ ਜਸ਼ ਕਿਉਂ ਨਹੀਂ ਹੈ? ਜਿਸ ਨਾਲ ਚੰਗਾ ਕਰਦਾ ਹਾਂ ਜਾਂ ਕਰਦੀ ਹਾਂ ਉਸ ਦੀ ਹੀ ਆਲੋਚਨਾ ਜਾਂ ਕ੍ਰਿਟਿਸਿਜ਼ਮ ਦਾ ਸਾਹਮਣਾ ਮੈਨੂੰ ਕਿਉਂ ਕਰਨਾ ਪੈਂਦਾ ਹੈ? ਤੇ ਅਨੇਕ ਅਜੇ ਇਸ ਤਰ੍ਹਾਂ ਦੇ ਸਵਾਲ ਸਾਡੇ ਮਨ ਵਿੱਚ ਉੱਠਦੇ ਹਨ ਜਿਸ ਵੇਲੇ ਅਸੀਂ ਕਠਿਨ ਸਮੇਂ ਵਿੱਚੋਂ ਨਿਕਲ ਰਹੇ ਹੁੰਦੇ ਹਨ। ਮਾਈ ਡੀਅਰ ਸਨਸ ਐਂਡ ਡਾਟਰਸ, ਗੱਲ ਅੱਗੇ ਤੋਰਨ ਤੋਂ ਪਹਿਲਾਂ ਜੀਵਨ ਦਾ ਇੱਕ ਬਹੁਤ ਵੱਡਾ ਸੱਚ ਸਾਨੂੰ ਸਮਝਣਾ ਪਵੇਗਾ ਤੇ ਆਪਣੇ ਦਿਲੋਂ ਸਾਨੂੰ ਉਸ ਨੂੰ ਸਵੀਕਾਰ ਕਰਨਾ ਪਵੇਗਾ। ਨਾਮ ਚਾਹੇ ਕੁਝ ਵੀ ਦਿਓ, ਭਗਵਾਨ, ਅੱਲਾ, ਗੋਡ, ਪਰਮਾਤਮਾ, ਨੇਚਰ, ਵਾਹਿਗੁਰੂ, ਯੂਨੀਵਰਸ ਜਾਂ ਲਾਈਫ, ਇਹ ਸਭ ਸਾਡੀ ਪ੍ਰੋਟੈਕਸ਼ਨ ਵਾਸਤੇ ਕੰਮ ਕਰਦੇ ਹਨ ਤੇ ਕਦੇ ਵੀ ਸਾਡੇ ਅਗੇਂਸਟ ਕੰਮ ਨਹੀਂ ਕਰਦੇ। ਹਰ ਵੇਲੇ ਸਾਡੀ ਫੇਵਰ ਵਿੱਚ ਲੱਗੇ ਰਹਿੰਦੇ ਹਨ। ਵਾਹਿਗੁਰੂ ਚਾਹੁੰਦਾ ਹੈ ਕਿ ਅਸੀਂ ਲਾਈਫ ਦੇ ਹਰ ਏਰੀਏ ਵਿੱਚ ਇੰਪਰੂਵ ਕਰੀਏ। ਇਹ ਇੰਪਰੂਵਮੈਂਟ ਸਾਡੀ ਹੀ ਜ਼ਰੂਰਤ ਨਹੀਂ ਹੈ, ਸਗੋਂ ਉਸ ਆਲਮਾਈਟੀ ਗੋਡ ਦੀ ਵੀ ਜ਼ਰੂਰਤ ਹੈ ਤਾਂ ਜੋ ਇਹ ਦੁਨੀਆ ਹੋਰ ਸੁੰਦਰ ਬਣ ਸਕੇ, ਕਿਉਂਕਿ ਇਹ ਉਸ ਦੀ ਆਪਣੀ ਹੀ ਰਚਨਾ ਹੈ। ਇਸੇ ਲਈ ਇਸ ਨੂੰ ਹੋਰ ਸੁੰਦਰ ਬਣਾਉਣ ਲਈ, ਇਸੇ ਲਈ ਉਹ ਲਗਾਤਾਰ ਸਾਨੂੰ ਮੋਨੀਟਰ ਕਰਦੇ ਰਹਿੰਦੇ ਹਨ। ਅਸਲ ਵਿੱਚ ਹੁੰਦਾ ਕੀ ਹੈ? ਜਦ ਪਰਮਾਤਮਾ ਸਾਨੂੰ ਵੇਖਦਾ ਹੈ ਕਿ ਲਾਈਫ ਦੇ ਕਿਸੇ ਏਰੀਏ ਵਿੱਚ ਅਸੀਂ ਕੇਅਰਲੈਸ ਹੋ ਗਏ ਹਾਂ, ਅਸੀਂ ਉਸ ਏਰੀਏ ਦੀ ਵੈਲਿਊ ਨਹੀਂ ਕਰ ਰਹੇ ਹੁੰਦੇ, ਰੱਬ ਸਾਨੂੰ ਵੇਖਦਾ ਹੈ ਕਿ ਉਸ ਏਰੀਏ ਵਿੱਚ ਅਸੀਂ ਕੇਅਰਫੁਲੀ ਤੇ ਸੀਰੀਅਸਲੀ ਕੰਮ ਨਹੀਂ ਕਰ ਰਹੇ ਹਾਂ, ਤਾਂ ਉਹ ਸਾਨੂੰ ਰਿਮਾਈਂਡਰ ਭੇਜਦਾ ਹੈ। ਗੋਡ ਸਾਨੂੰ ਯਾਦ ਦਿਲਾਉਂਦਾ ਹੈ। ਪਰਮਾਤਮਾ ਸਾਨੂੰ ਰਿਮਾਈਂਡਰ ਭੇਜਣ ਲਈ ਕੋਈ ਮੇਲ, ਮੈਸੇਜ ਜਾਂ ਕੋਰੀਅਰ ਦੀ ਵਰਤੋਂ ਨਹੀਂ ਕਰਦਾ, ਸਗੋਂ ਕਿਸੇ ਪਰਿਸਥਿਤੀ ਜਾਂ ਕਿਸੇ ਪਰਸਨ ਦੁਆਰਾ ਸਾਨੂੰ ਉਹ ਯਾਦ ਕਰਵਾਉਂਦਾ ਹੈ, ਸਾਨੂੰ ਸਮਝਾਉਂਦਾ ਹੈ, ਸਾਨੂੰ ਦੱਸਦਾ ਹੈ, ਸਾਨੂੰ ਹਿਲਾਉਂਦਾ ਹੈ ਤੇ ਕਈ ਵਾਰ ਸਾਨੂੰ ਗਿਰਾਉਂਦਾ ਹੈ ਤੇ ਕਈ ਵਾਰ ਸਾਨੂੰ ਘਸੀਟਦਾ ਹੈ। ਪਰ ਇੱਥੇ ਅਸੀਂ ਸਮਝਣ ਦੀ ਗਲਤੀ ਕਰਦੇ ਹਾਂ। ਅਸੀਂ ਪਰਸਨ ਜਾਂ ਪ੍ਰਸਥਿਤੀ ਨੂੰ ਫੜ ਕੇ ਬਹਿ ਜਾਂਦੇ ਹਾਂ ਤੇ ਅਸਲੀ ਮੈਸੇਜ ਨੂੰ ਮਿਸ ਕਰ ਦਿੰਦੇ ਹਾਂ ਤੇ ਫਿਰ ਉੱਥੇ ਹੀ ਅਟਕ ਕੇ ਤੇ ਫਸ ਕੇ ਰਹਿ ਜਾਂਦੇ ਹਾਂ ਤੇ ਜੀਵਨ ਵਿੱਚ ਪਿੱਛੇ ਰਹਿੰਦੇ ਚਲੇ ਜਾਂਦੇ ਹਾਂ। ਮੰਨ ਕੇ ਚੱਲੋ ਤੁਹਾਡੇ ਜੀਵਨ ਵਿੱਚ ਕੋਈ ਕਠਿਨ ਸਮਾਂ ਆਇਆ ਹੈ, ਮੰਨ ਲਓ ਕੋਈ ਹੈਲਥ ਇਸ਼ੂ ਆਉਂਦਾ ਹੈ। ਇਹ ਹੈਲਥ ਇਸ਼ੂ ਸਾਡੇ ਲਈ ਇੱਕ ਰਿਮਾਈਂਡਰ ਹੈ ਕਿ ਅਸੀਂ ਆਪਣੀ ਸਿਹਤ ਦੇ ਪ੍ਰਤੀ ਸੀਰੀਅਸ ਨਹੀਂ ਹਾਂ, ਕੌਨਸ਼ੀਅਸ ਨਹੀਂ ਹਾਂ। ਪਰਮਾਤਮਾ ਸਾਨੂੰ ਉਸ ਰਿਮਾਈਂਡਰ ਵਿੱਚ ਕਹਿਣਾ ਚਾਹੁੰਦਾ ਹੈ, ਵੈਲਿਊ ਯੋਰ ਹੈਲਥ। ਤਾਂ ਹੀ ਅਸੀਂ ਆਪਣੇ ਆਉਣ ਵਾਲੇ ਸਮੇਂ ਨੂੰ ਬਿਹਤਰ ਤੇ ਸੁੰਦਰ ਬਣਾ ਸਕਦੇ ਹਾਂ। ਸਿਰਫ ਉਹ ਇੱਕ ਰਿਮਾਈਂਡਰ ਹੈ ਤੇ ਜਿਵੇਂ ਹੀ ਉਸ ਨੂੰ ਤੁਸੀਂ ਇੱਕ ਰਿਮਾਈਂਡਰ ਦੀ ਤਰ੍ਹਾਂ ਲੈਂਦੇ ਹੋ, ਉਸ ਏਰੀਏ ਨੂੰ ਇੰਪਰੂਵ ਕਰਨ ਲਈ ਉਸ ਉੱਤੇ ਕੰਮ ਕਰਦੇ ਹੋ, ਉਸ ਨੂੰ ਬਿਹਤਰ ਬਣਾਉਂਦੇ ਹੋ, ਤਾਂ ਯਕੀਨਨ ਹੀ ਤੁਹਾਡਾ ਆਉਣ ਵਾਲਾ ਸਮਾਂ ਬਿਹਤਰ ਹੋ ਜਾਂਦਾ ਹੈ। ਸਾਡੇ ਜੀਵਨ ਵਿੱਚ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਆਈ ਹੈ,
ਤਾਂ ਸਿਰਫ ਇਹ ਉੱਪਰੋਂ ਵਾਹਿਗੁਰੂ ਵੱਲੋਂ ਸਾਡੇ ਲਈ ਇਸੇ ਗੱਲ ਦਾ ਰਿਮਾਈਂਡਰ ਹੈ ਦੋਸਤੋ ਕਿ ਤੁਸੀਂ ਇਸ ਏਰੀਏ ਨੂੰ ਕਦੀ ਸੀਰੀਅਸ ਨਹੀਂ ਲਿਆ, ਕਦੇ ਇਸ ਉੱਤੇ ਕੰਮ ਨਹੀਂ ਕੀਤਾ। ਜਦੋਂ ਤੁਹਾਡੇ ਕੋਲ ਪੈਸਾ ਹੁੰਦਾ ਹੈ ਤਾਂ ਉਸ ਦੀ ਤੁਸੀਂ ਵੈਲਿਊ ਨਹੀਂ ਕਰਦੇ। ਪਰਮਾਤਮਾ ਸਿਰਫ ਇਹੀ ਕਹਿਣਾ ਚਾਹੁੰਦਾ ਹੈ, ਵੈਲਿਊ ਦਿਸ ਏਰੀਆ ਆਫ ਲਾਈਫ। ਰੱਬ ਵੱਲੋਂ ਤੁਹਾਡੇ ਵਾਸਤੇ ਮੌਜੂਦਾ ਫਾਈਨੈਂਸ਼ੀਅਲ ਪ੍ਰੋਬਲਮ ਇੱਕ ਭੇਜਿਆ ਗਿਆ ਰਿਮਾਈਂਡਰ ਹੀ ਹੁੰਦਾ ਹੈ। ਇਹ ਰਿਮਾਈਂਡਰ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਜੀਵਨ ਅਜੇ ਬਹੁਤ ਪਿਆ ਹੈ, ਤੁਸੀਂ ਇਸ ਨੂੰ ਹੋਰ ਸੋਹਣੀ ਤਰ੍ਹਾਂ ਨਾਲ ਜੀ ਸਕਦੇ ਹੋ। ਸੋ ਜੇਕਰ ਪ੍ਰੋਬਲਮ ਆਈ ਹੈ ਤਾਂ ਕਿਸੇ ਦੇ ਮਾਧਿਅਮ ਤੋਂ ਕੁਦਰਤ ਨੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਜੇ ਅੱਜ ਤੁਸੀਂ ਪੈਸੇ ਦੀ ਕਦਰ ਕਰਦੇ ਹੋ, ਉਹ ਚਾਹੇ ਤੁਹਾਡਾ ਕਮਾਇਆ ਹੋਇਆ ਹੈ ਜਾਂ ਪੁਸ਼ਤੈਨੀ ਹੈ, ਤਾਂ ਭਵਿੱਖ ਵਿੱਚ ਉਹ ਤੁਹਾਡੀ ਕਦਰ ਕਰੇਗਾ ਹੀ। ਮੰਨ ਲਓ ਜੇਕਰ ਕਿਸੇ ਨੇ ਤੁਹਾਨੂੰ ਇਮੋਸ਼ਨਲੀ ਚੀਟ ਕੀਤਾ ਹੈ, ਧੋਖਾ ਦਿੱਤਾ ਹੈ, ਤਾਂ ਉਹ ਤੁਹਾਡੇ ਵਾਸਤੇ ਤੁਹਾਨੂੰ ਚੀਟ ਕਰਨ ਵਾਲਾ ਯੂਨੀਵਰਸ ਤੋਂ ਤੁਹਾਡੇ ਲਈ ਮੈਸੇਜ ਲੈ ਕੇ ਆਇਆ ਹੈ ਕਿ ਤੁਸੀਂ ਇਮੋਸ਼ਨਲੀ ਵੀਕ ਹੋ, ਤੁਸੀਂ ਇਮੋਸ਼ਨਲੀ ਇਮੈਚੁਰ ਹੋ, ਜਾਂ ਸਗੋਂ ਤੁਸੀਂ ਇੱਕ ਇਮੋਸ਼ਨਲ ਫੂਲ ਹੋ। ਇਹ ਇੱਕ ਰਿਮਾਈਂਡਰ ਹੈ। ਅਜੇ ਵੀ ਸਮਝ ਜਾਓ, ਅਜੇ ਜੀਵਨ ਬਹੁਤ ਪਿਆ ਹੈ, ਵਕਤ ਬਾਕੀ ਹੈ, ਤੁਸੀਂ ਜੀਵਨ ਨੂੰ ਬਿਹਤਰ ਬਣਾ ਸਕਦੇ ਹੋ। ਰੱਬ ਇਸ ਮੈਸੇਜ ਵਿੱਚ ਕਹਿਣਾ ਚਾਹੁੰਦਾ ਹੈ, ਬੀ ਏ ਇਮੋਸ਼ਨਲ ਮੈਚੁਰ ਐਂਡ ਲਿਵ ਯੂਰ ਹੈਪੀ ਐਂਡ ਬੈਟਰ ਲਾਈਫ। ਜਿਹੜੇ ਲੋਕ ਤਾਂ ਉਸ ਧੋਖੇਬਾਜ਼ ਮਨੁੱਖ ਰੂਪੀ ਮਾਧਿਅਮ ਤੋਂ ਯੂਨੀਵਰਸ ਦਾ ਇਹ ਮੈਸੇਜ ਸਮਝ ਜਾਂਦੇ ਹਨ, ਉਹ ਲੋਕ ਆਪਣੇ ਉੱਪਰ ਕੰਮ ਕਰਦੇ ਹਨ ਤੇ ਉਹਨਾਂ ਦਾ ਆਉਣ ਵਾਲਾ ਸਮਾਂ ਬਿਹਤਰ ਹੋ ਜਾਂਦਾ ਹੈ। ਪਰ ਕੁਝ ਲੋਕ ਇਸ ਮੈਸੇਜ ਨੂੰ ਮਿਸ ਕਰ ਜਾਂਦੇ ਹਨ। ਉਹ ਲੋਕ ਉਸ ਪਰਸਨ ਤੇ ਉਸ ਪ੍ਰਸਥਿਤੀ ਜਾਂ ਸਰਕਮਸਟਾਂਸ ਵਿੱਚ ਹੀ ਫਸੇ ਰਹਿੰਦੇ ਹਨ ਤੇ ਮੈਸੇਜ ਨੂੰ ਇਗਨੋਰ ਕਰਦੇ ਰਹਿੰਦੇ ਹਨ ਤੇ ਉਸ ਪਰਸਨ ਜਾਂ ਪ੍ਰਸਥਿਤੀ ਵਿੱਚ ਹੀ ਕਾਫੀ ਸਮਾਂ ਅਟਕੇ ਰਹਿੰਦੇ ਹਨ ਤੇ ਕਈ ਵਾਰ ਆਪਣੀ ਬਦਕਿਸਮਤੀ ਦੀ ਰਿਸਪੌਂਸਿਬਿਲਿਟੀ ਰੱਬ ਉੱਤੇ ਵੀ ਸੁੱਟਦੇ ਰਹਿੰਦੇ ਹਨ। ਮਾਈ ਡੀਅਰ ਸਨਸ ਐਂਡ ਡਾਟਰਸ, ਚੁਆਇਸ ਸਾਡੀ ਹੁੰਦੀ ਹੈ ਕਿ ਅਸੀਂ ਯੂਨੀਵਰਸ ਦੇ ਅਸਲੀ ਮੈਸੇਜ ਨੂੰ ਸਮਝਣਾ ਹੈ ਜਾਂ ਪਰਸਨ ਪ੍ਰਸਥਿਤੀ ਨਾਲ ਹੀ ਸਟਰਗਲ ਕਰਦੇ ਰਹਿਣਾ ਹੈ। ਨਤੀਜਾ ਇਹ ਹੋਵੇਗਾ ਕਿ ਅਸੀਂ ਅੱਜ ਵੀ ਹਾਰੇ ਹਾਂ ਤੇ ਕੱਲ ਵੀ ਸਾਡੀ ਹਾਰ ਹੀ ਹੋਣ ਵਾਲੀ ਹੈ। ਸੋ ਮੈਸੇਜ ਨੂੰ ਸਮਝੋ, ਪਰਸਨ ਪ੍ਰਸਥਿਤੀ ਨੂੰ ਤੋੜ ਅੱਗੇ ਨਿਕਲ ਜਾਓ। ਇਹ ਤੁਹਾਡੀ ਹੀ ਜ਼ਰੂਰਤ ਨਹੀਂ ਹੈ, ਸਗੋਂ ਉਸ ਵਾਹਿਗੁਰੂ ਦੀ ਵੀ ਜ਼ਰੂਰਤ ਹੈ ਤਾਂ ਜੋ ਇਹ ਸੰਸਾਰ ਸੁੰਦਰ ਬਣ ਸਕੇ, ਕਿਉਂਕਿ ਉਸਨੇ ਖੁਦ ਇਸ ਸੰਸਾਰ ਨੂੰ ਰਚਿਆ ਹੈ। ਜੇਕਰ ਤੁਸੀਂ ਵਿਦਿਆਰਥੀ ਹੋ ਤੇ ਕਿਸੇ ਪੜਾਅ ਵਿੱਚ ਤੁਹਾਨੂੰ ਫੇਲੀਅਰ ਜਾਂ ਘੱਟ ਨੰਬਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇਹ ਉਹਨਾਂ ਵੱਲੋਂ ਇੱਕ ਮੈਸੇਜ ਹੁੰਦਾ ਹੈ ਕਿ ਉਹ ਸਬਜੈਕਟ ਤੁਹਾਡੀ ਪ੍ਰਾਇੋਰਟੀ ਵਿੱਚ ਨਹੀਂ ਸੀ। ਤੇ ਅੱਜ ਉਸ ਮੈਸੇਜ ਨੂੰ ਜੇਕਰ ਅਸੀਂ ਸਹੀ ਢੰਗ ਨਾਲ ਸਮਝ ਲੈਂਦੇ ਹਾਂ ਤੇ ਉਸ ਨੂੰ ਆਪਣੀ ਪ੍ਰਾਇੋਰਟੀ ਵਿੱਚ ਲੈ ਆਉਂਦੇ ਹਾਂ, ਤਾਂ ਉਸ ਉੱਤੇ ਸੀਰੀਅਸਲੀ ਕੰਮ ਕਰਦੇ ਹਾਂ, ਤਾਂ ਸਾਡਾ ਆਉਣ ਵਾਲਾ ਸਮਾਂ ਬਿਹਤਰ ਹੋ ਜਾਵੇਗਾ। ਪਰ ਜੇਕਰ ਲਾਈਫ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ, ਕਾਲਜ ਵਾਲਿਆਂ ਦੀ ਗਲਤੀ ਕੱਢਣੀ ਸ਼ੁਰੂ ਕਰ ਦਿੰਦੇ ਹਾਂ, ਬੋਰਡ ਦੀ ਗਲਤੀ ਕੱਢਣੀ ਸ਼ੁਰੂ ਕਰ ਦਿੰਦੇ ਹਾਂ, ਆਪਣੇ ਬੌਸ ਆਦਿ ਨਾਲ ਆਕਰੋਸ਼ ਪ੍ਰਗਟ ਕਰਨ ਲੱਗ ਜਾਂਦੇ ਹਾਂ, ਤਾਂ ਅੱਜ ਤਾਂ ਅਸੀਂ ਫੇਲ ਹੋਏ ਹੀ ਹਾਂ, ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਫੇਲ ਹੋਣ ਵਾਲੇ ਹਾਂ। ਤੇ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਜੇਕਰ ਉਹੀ ਵਿਸ਼ਾ ਜਿਸ ਵਿੱਚ ਅਸੀਂ ਫੇਲ ਹੋਏ ਸਾਂ, ਕੁਦਰਤ ਦੇ ਇਸ ਮੈਸੇਜ ਨੂੰ ਫੜ ਉਸ ਉੱਤੇ ਕੰਮ ਕੀਤਾ ਸੀ, ਤਾਂ ਸਾਨੂੰ ਉਹ ਜੀਵਨ ਦੀਆਂ ਉਚਾਈਆਂ ਤੇ ਵੀ ਉਹੀ ਵਿਸ਼ਾ ਸਾਨੂੰ ਲੈ ਕੇ ਜਾ ਸਕਦਾ ਹੈ। ਜਿਹੜੇ ਲੋਕ ਮੈਸੇਜ ਨੂੰ ਸਮਝ ਜਾਂਦੇ ਹਨ ਤੇ ਫਿਰ ਆਪਣੇ ਉੱਪਰ ਕੰਮ ਕਰਦੇ ਹਨ, ਉਹਨਾਂ ਦਾ ਆਉਣ ਵਾਲਾ ਸਮਾਂ ਨਿਸ਼ਚਿਤ ਹੀ ਬਿਹਤਰ ਹੁੰਦਾ ਹੈ। ਪਰ ਜਿਹੜੇ ਲੋਕ ਪਰਸਨ ਤੇ ਸਰਕਮਸਟਾਂਸ ਤੇ ਅਟਕ ਜਾਂਦੇ ਹਨ,
ਇੱਥੋਂ ਤੱਕ ਤੇ ਕਈ ਵਾਰ ਯੂਨੀਵਰਸ ਨੂੰ ਇਸ ਵਾਸਤੇ ਜ਼ਿੰਮੇਵਾਰ ਠਹਿਰਾਉਣ ਲੱਗਦੇ ਹਨ। ਅੱਜ ਨਹੀਂ ਤੇ ਕੱਲ ਉਹਨਾਂ ਦੀ ਹਾਰ ਨਿਸ਼ਚਿਤ ਹੁੰਦੀ ਹੈ। ਸੋ ਜੇਕਰ ਕੁਦਰਤ ਦਾ ਇਸ਼ਾਰਾ ਅਸੀਂ ਸਮਝ ਜਾਂਦੇ ਹਾਂ ਤਾਂ ਨਿਸ਼ਚਿਤ ਹੀ ਜਿੱਤ ਸਾਡੀ ਹੋਣ ਵਾਲੀ ਹੈ। ਉਹ ਜਿੱਤ ਚਾਹੇ ਅੱਜ ਮਿਲ ਜਾਵੇ ਜਾਂ ਕੱਲ ਮਿਲ ਜਾਵੇਗੀ, ਮਿਲੇਗੀ ਜ਼ਰੂਰ। ਸਿਰਫ ਤੇ ਸਿਰਫ ਸੀਕ੍ਰੇਟ ਇਹੋ ਹੀ ਹੈ, ਅੱਗੇ ਵੱਧ ਜਾਣ ਦਾ ਜਾਂ ਫਿਰ ਟੁੱਟ ਜਾਣ ਦਾ। ਦੋਸਤੋ, ਜ਼ਿੰਦਗੀ ਹਮੇਸ਼ਾ ਯਾਦ ਦਿਲਾਉਂਦੀ ਹੈ ਕਿ ਇਹ ਕਠਿਨ ਸਮਾਂ ਨਹੀਂ ਹੈ। ਧਿਆਨ ਨਾਲ ਸੁਣੋ, ਉਹ ਕੁਝ ਕਹਿਣਾ ਚਾਹੁੰਦੀ ਹੈ ਇਸ ਕਠਿਨ ਸਮੇਂ ਵਿੱਚ। ਜੇਕਰ ਅਸੀਂ ਧਿਆਨ ਨਾਲ ਸੁਣੀਏ ਤਾਂ ਜ਼ਿੰਦਗੀ ਸਾਨੂੰ ਆਖਦੀ ਹੈ there is always a room for improvement। ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਹੈ। ਚਾਹੇ ਤੁਸੀਂ ਜਿਸ ਵੀ ਏਜ ਬ੍ਰੈਕਟ ਵਿੱਚ ਹੋ, ਤੁਸੀਂ 20 ਸਾਲ ਦੇ ਹੋ, 30 ਸਾਲ ਦੇ ਹੋ ਜਾਂ ਫਿਰ 60 ਸਾਲ ਦੇ ਹੋ, ਕਦੇ ਵੀ ਜੀਵਨ ਦੇ ਕਿਸੇ ਫੀਲਡ ਵਿੱਚ ਅਚਨਚੇਤ ਕੇਅਰਲੈਸ ਹੋ ਸਕਦੇ ਹੋ। ਚਾਹੇ ਤੁਸੀਂ ਕਿਤਨੇ ਵੀ ਵੱਡੇ ਗਿਆਨੀ ਧਿਆਨੀ ਹੋ, ਤੁਸੀਂ ਡਾਕਟਰ ਹੋ, ਤੁਸੀਂ ਪ੍ਰੋਫੈਸਰ ਹੋ, ਕੋਈ ਮੋਟੀਵੇਸ਼ਨਲ ਲੀਡਰ ਹੋ, ਮੰਤਰੀ ਹੋ ਜਾਂ ਸੰਤਰੀ ਹੋ, ਜਿੱਥੇ ਵੀ ਤੁਸੀਂ ਅੱਜ ਹੋ ਉਸ ਤੋਂ ਅੱਗੇ ਵੀ ਬਹੁਤ ਕੁਝ ਹੈ। ਇਹ ਰੱਬ ਸਾਨੂੰ ਮੈਸੇਜ ਕਠਿਨ ਸਮੇਂ ਵਿੱਚ ਮੈਸੇਜ ਦਿੰਦਾ ਹੈ। ਈਵਨ ਨੈਕਸਟ ਜਨਮ ਵੀ ਹੈ ਜਿਸ ਵਾਸਤੇ ਅਸੀਂ ਇੰਪਰੂਵ ਕਰਨ ਦੀ ਸਾਨੂੰ ਬਹੁਤ ਲੋੜ ਹੈ। ਸੋ ਰੱਬ ਦੇ ਮੈਸੇਜ ਨੂੰ ਸਮਝੋ। ਯਾਦ ਰਹੇ, ਅੱਜ ਦਾ ਟਫ ਟਾਈਮ ਸਿਰਫ ਇੱਕ ਮੈਸੇਜ ਹੈ, ਇੱਕ ਰਿਮਾਈਂਡਰ ਹੈ ਜੋ ਲਾਈਫ ਯੂਨੀਵਰਸ ਗੋਡ ਨੇ ਤੁਹਾਡੇ ਵੱਲ ਘੱਲਿਆ ਹੈ, ਜਿਸ ਦੀ ਅੱਜ ਤੁਹਾਨੂੰ ਜ਼ਰੂਰਤ ਹੈ, ਕਿਉਂਕਿ ਕਿਤੇ ਨਾ ਕਿਤੇ ਉਸ ਤੁਹਾਨੂੰ ਕੇਅਰਲੈਸ ਵੇਖਿਆ ਹੈ। ਕਿਤੇ ਨਾ ਕਿਤੇ ਤੁਸੀਂ ਉਸ ਦੀ ਵੈਲਿਊ ਨਹੀਂ ਕਰ ਰਹੇ। ਅੱਜ ਤੋਂ ਹੀ ਉਸ ਮੈਸੇਜ ਨੂੰ ਸਮਝੋ ਤੇ ਪ੍ਰਣ ਕਰੋ ਕਿ ਅੱਜ ਤੋਂ ਮੈਂ ਉਸ ਦੀ ਵੈਲਿਊ ਕਰਾਂਗਾ। ਯਕੀਨ ਕਰਿਓ ਦੋਸਤੋ, ਨਿਸ਼ਚਿਤ ਹੀ ਤੁਹਾਡਾ ਆਉਣ ਵਾਲਾ ਸਮਾਂ ਬਿਹਤਰ ਹੋ ਜਾਵੇਗਾ। irrespective of our age, irrespective of our profession, irrespective of our present level, ਅਸੀਂ ਗਲਤੀਆਂ ਕਰਨ ਤੋਂ ਬਾਜ ਨਹੀਂ ਆਉਂਦੇ। ਅਸੀਂ ਅੱਜ ਵੇਖ ਹੀ ਰਹੇ ਹਾਂ ਕਿ ਜਾਣੇ ਅਣਜਾਣੇ ਰੱਬੀ ਰੂਹਾਂ ਸਮਝੇ ਜਾਣ ਵਾਲੇ ਵਿਅਕਤੀ, ਜਵਾਨ ਤੇ ਬੁੱਢੇ ਅੱਜ ਜੇਲ੍ਹਾਂ ਵਿੱਚ ਨਮੋਸ਼ੀ ਦਾ ਸਮਾਂ ਕੱਟ ਰਹੇ ਹਨ। ਸੱਚ ਜਾਣਿਓ, ਯੂਨੀਵਰਸ ਲਾਈਫ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਸਾਨੂੰ ਜ਼ਰੂਰ ਕਦੇ ਨਾ ਕਦੇ ਯਾਦ ਦਿਲਾਉਂਦੀ ਹੈ। ਉਹ ਸਾਨੂੰ ਹਿਲਾਉਂਦੀ ਹੈ, ਗਿਰਾਉਂਦੀ ਹੈ, ਭਟਕਾਉਂਦੀ ਹੈ। ਇਹ ਜ਼ਿੰਦਗੀ ਆਪਣਾ ਕੰਮ ਬਰਾਬਰ ਕਰਦੀ ਰਹਿੰਦੀ ਹੈ ਜਦ ਤੱਕ ਅਸੀਂ ਉਸ ਦਾ ਇਹ ਮੈਸੇਜ ਜਾਂ ਰਿਮਾਈਂਡਰ ਸਮਝ ਨਹੀਂ ਜਾਂਦੇ। ਲਾਈਫ ਜਾਂ ਯੂਨੀਵਰਸ ਦਾ ਆਪ ਨੂੰ ਇੰਪਰੂਵ ਕਰਨਾ ਸਿਰਫ ਆਪ ਦੀ ਹੀ ਜ਼ਰੂਰਤ ਨਹੀਂ ਹੁੰਦੀ, ਸਗੋਂ ਯੂਨੀਵਰਸ ਨੂੰ ਵੀ ਇਸ ਦੀ ਅੱਤ ਦੀ ਲੋੜ ਹੁੰਦੀ ਹੈ, ਕਿਉਂਕਿ ਯੂਨੀਵਰਸ ਜਾਂ ਗੋਡ ਹਮੇਸ਼ਾ ਚਾਹੁੰਦਾ ਹੈ ਕਿ ਇਹ ਦੁਨੀਆ ਜੋ ਉਸਨੇ ਰਚੀ ਹੈ ਹੋਰ ਖੂਬਸੂਰਤ ਬਣ ਜਾਵੇ। ਸੋ ਆਪ ਦਾ ਸੁਧਰਨਾ ਆਪ ਦੀ ਤੇ ਉਸ ਦੀ ਦੋਨਾਂ ਦੀ ਜ਼ਰੂਰਤ ਹੈ। ਹੋ ਸਕਦਾ ਹੈ ਰੱਬ ਤੁਹਾਡੇ ਮਾਧਿਅਮ ਰਾਹੀਂ ਹੀ ਇਸ ਦੁਨੀਆ ਨੂੰ ਸੁੰਦਰ ਬਣਾਉਣਾ ਚਾਹੁੰਦਾ ਹੋਵੇ। ਅਸੀਂ ਸਿਰਫ ਤੇ ਸਿਰਫ ਕੁਦਰਤ ਵੱਲੋਂ ਭੇਜੇ ਮੈਸੇਜ ਨੂੰ ਫੜਨਾ ਹੈ ਤੇ ਅੱਗੇ ਵੱਧ ਜਾਣਾ ਹੁੰਦਾ ਹੈ। ਲਾਈਫ ਯੂਨੀਵਰਸ ਕਦੇ ਵੀ ਸਾਡੇ ਖਿਲਾਫ ਨਹੀਂ ਹੁੰਦੀ। ਲਾਈਫ ਦੀ ਸਾਡੇ ਨਾਲ ਕੋਈ ਪਰਸਨਲ ਐਨਿਮਿਟੀ ਨਹੀਂ ਹੁੰਦੀ। ਉਹ ਹਮੇਸ਼ਾ ਸਾਡੀ ਫੇਵਰ ਲਈ ਸਾਨੂੰ ਮੈਸੇਜ ਭੇਜਦੀ ਹੈ। ਲਾਈਫ ਦਾ ਮੈਸੇਜ ਲਿਖਤ ਨਹੀਂ ਹੁੰਦਾ ਦੋਸਤੋ, ਲਿਖਿਆ ਹੋਇਆ ਨਹੀਂ ਹੁੰਦਾ। ਉਹ ਕਿਸੇ ਨਾ ਕਿਸੇ ਮੀਡੀਅਮ ਰਾਹੀਂ, ਮਾਧਿਅਮ ਰਾਹੀਂ ਜਾਂ ਪ੍ਰਸਥਿਤੀ ਰਾਹੀਂ ਸਾਨੂੰ ਭੇਜਿਆ ਜਾਂਦਾ ਹੈ। ਰੱਬ ਦਾ ਇਹ ਕੋਰੀਅਰ ਬੁਆਏ ਕੋਈ ਸਾਨੂੰ ਇਮੋਸ਼ਨਲੀ ਚੀਟ ਕਰਨ ਵਾਲਾ ਵਿਅਕਤੀ ਵੀ ਹੋ ਸਕਦਾ ਹੈ। ਇਹ ਸਾਡਾ ਦੰਦ ਵੀ ਹੋ ਸਕਦਾ ਹੈ, ਜਿਸ ਵਿੱਚ ਪਹਿਲੀ ਵਾਰ ਠੰਡਾ ਗਰਮ ਲੱਗਣਾ ਸ਼ੁਰੂ ਹੁੰਦਾ ਹੈ। ਕੋਈ ਹਲਕਾ ਜਿਹਾ ਫਾਈਨੈਂਸ਼ੀਅਲ ਲਾਸ ਵੀ ਹੋ ਸਕਦਾ ਹੈ, ਜਾਂ ਫਿਰ ਕਿਸੇ ਬਹੁਤ ਹੀ ਪਿਆਰੀ ਵਸਤ ਦਾ ਜੀਵਨ ਵਿੱਚੋਂ ਅਲੋਪ ਹੋ ਜਾਣਾ ਵੀ ਹੋ ਸਕਦਾ ਹੈ। ਬਸ ਸਾਡੀ ਅੰਡਰਸਟੈਂਡਿੰਗ ਦੀ ਹੋਂਦ ਦੀ ਜ਼ਰੂਰਤ ਹੈ ਤਾਂ ਜੋ ਕੁਦਰਤ ਦੇ ਉਸ ਰਿਮਾਈਂਡਰ ਨੂੰ, ਉਸ ਮੈਸੇਜ ਨੂੰ ਅਸੀਂ ਸਹੀ ਰੂਪ ਵਿੱਚ ਸਮਝ ਸਕੀਏ, ਤਾਂ ਜੋ ਸਾਡਾ ਆਉਣ ਵਾਲਾ ਸਮਾਂ ਸੁਖਾਵਾਂ ਹੋ ਜਾਵੇ ਤੇ ਇਹ ਦੁਨੀਆ ਹੋਰ ਵੀ ਖੂਬਸੂਰਤ ਬਣ ਜਾਵੇ।
ਮੈਨੂੰ ਉਮੀਦ ਹੈ ਦੋਸਤੋ ਕਿ ਅੱਜ ਦਾ ਮੈਸੇਜ ਮੈਂ ਤੁਹਾਨੂੰ ਦੇਣ ਵਿੱਚ ਸਫਲ ਹੋ ਗਿਆ ਹਾਂ। ਸਭ ਤੋਂ ਵੱਡੀ ਗੱਲ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਬਿਜ਼ੀ ਸਮੇਂ ਵਿੱਚੋਂ ਕੁਝ ਸਮਾਂ, ਕੁਝ ਪਲ ਕੱਢੇ ਹਨ ਤਾਂ ਜੋ ਤੁਸੀਂ ਮੇਰੇ ਇਸ ਮੈਸੇਜ ਨੂੰ ਸੁਣ ਸਕੋ। ਆਈ ਵਿਸ਼ ਯੂ ਆਲ ਸਕਸੈਸ ਐਂਡ happiness in life. Thank you very much.